और ये कोई स्विच बटन नहीं है भी माँ बाप ने ऑन किया बच्चा मैं तेरे को अद्धा घंटा बैठ रही तू गल क्यों नहीं की मेरे नाल। इट्स नॉट लाइक दैट। बच्चों के इमोशनस नूं समझण वास्ते किसी पढ़ाई लिखाई का होना जरूरी नहीं है। सुसाइड केसिस बच्चियां दे लगातार ही वध रहे ने, उस दे विच ज़्यादातर हिस्सा मापिया दा है। मैं नहीं बन सकिया शायद मेरा बच्चा बन जाए, वो बन रहा है या तैयारी कर रहा है तो मेरा बच्चा क्यों पीछे रहे। ਤੁਹਾਡੀ ਕਪੈਸਿਟੀ ਟੈਨਸ਼ਨ ਲੈਣ ਦੀ 100 ਗ੍ਰਾਮ ਹੈ, ਤੁਹਾਨੂੰ ਇੰਨਾ ਪ੍ਰੈਸ਼ਰ ਦੇਵਾਂ ਘਰ ਦਾ ਕੰਮ ਵੀ ਦੇਵਾਂ ਤਾਂ ਉਹ ਤੁਹਾਡੀ ਸਟ੍ਰੈਸ ਲੈਵਲ 200 ਹੋ ਗਿਆ ਰਾਈਟ। ਤੁਹਾਡੀ ਕਪੈਸਿਟੀ 100 ਦੀ ਹੈ ਤਾਂ ਤੁਸੀਂ ਤੁਹਾਡਾ ਕੀ ਹਾਲ ਹੋਏਗਾ ਵੀ ਸਾਡੇ ਨਾਲ ਇਹ ਹੁੰਦਾ ਸੀ ਜੀ, ਅਸੀਂ ਇਹ ਕਰਦੇ ਸੀ ਜੀ, ਸਾਡੇ ਕੋਲ ਇਹ ਤਰ੍ਹਾਂ ਦੀ ਫੈਸਿਲਿਟੀ ਨਹੀਂ ਸੀ, ਅਸੀਂ ਤਾਂ ਵੀ ਇੰਨਾ ਕੁਝ ਕਰ ਲਿਆ, 10 ਬੰਦਿਆਂ ਦਾ ਕੰਮ ਕਰਦੇ ਸੀ। ਇਟਸ ਓਕੇ, ਪਰ ਹਿਸਟਰੀ ਇसी तरह ਰਿਪੀਟ ਹੋਏਗੀ ਕੋਈ ਜ਼ਰੂਰੀ ਤਾਂ ਨਹੀਂ ਹੈ। खुद ਜਿਹੜੇ ਪੇਰੈਂਟਸ ਨੇ ਇੰਨੀ ਜ਼ਿਆਦਾ ਆਪਣੇ ਕਰੀਅਰ ਨੂੰ ਲੈ ਕੇ ਕਰੀਅਰ ਓਰੀਐਂਟਡ ਬਣ ਜਾਂਦੇ ਨੇ ਕਿ ਆਪਣੇ ਬੱਚਿਆਂ ਦੇ ਉੱਪਰ ਵੀ ਅਜਿਹੀਆਂ ਨਿੱਕੀਆਂ ਗੱਲਾਂ ਤੇ ਧਿਆਨ ਨਹੀਂ ਰੱਖਦੇ ਨੇ, ਕਾਫੀ ਦਿੱਕਤਾਂ ਆਉਂਦੀਆਂ ਨੇ। ਪੇਰੈਂਟਸ ਬੱਚਿਆਂ ਦੀ ਕਪੈਸਿਟੀ ਇੰਟਰਸਟ ਲੈਵਲ ਬਿਨਾਂ ਦੇਖੇ ਉਹਨਾਂ ਨੂੰ ਸ਼ੋਅ ਕਰ ਦਿੰਦੇ ਆ ਵੀ ਤੂੰ ਨੇ ਇਹ ਬਣਨਾ ਹੈ, ਸਕੂਲ ਤੋਂ ਬਾਅਦ 3 ਤੋਂ 6 ਤੈਨੂੰ ਇਹ ਕਰਨਾ ਹੈ, ਇਹ 20 ਮਿੰਟ ਦਾ ਟਾਈਮ ਤੇਰੇ ਵਾਸਤੇ ਖਾਣ ਦਾ ਹੈ। ਉਹ ਕਾਰ ਦੇ ਵਿੱਚ ਹੀ ਫੂਡ ਲੈ ਕੇ ਜਾਂਦੇ ਆ ਤਾਂ ਕਿ ਬੱਚਾ ਸਕੂਲ ਤੋਂ ਆਵੇ ਕਾਰ ਦੇ ਵਿੱਚ ਹੀ ਉਸਨੂੰ ਉਹਦੇ ਚੇਂਜਿੰਗ ਕੀਤੇ, ਉਸ ਤੋਂ ਬਾਅਦ ਉਸਨੂੰ ਸਕੇਟਿੰਗ ਤੇ ਬੈਡਮਿੰਟਨ ਜਾਂ ਬਲਾ ਬਲਾ ਬਲਾ। ਆਪਾਂ ਇੱਕ ਮਕੈਨੀਕਲ ਲਾਈਫ ਕਰ ਰਹੇ ਹਾਂ ਬੱਚੇ ਦੀ, ਫਿਰ ਉਹ ਬੱਚਾ ਪੇਰੈਂਟਸ ਨਾਲ ਇੰਟਰੈਕਸ਼ਨ ਦਾ ਟਾਈਮ ਹੁੰਦਾ ਹੀ ਨਹੀਂ। ਪੇਰੈਂਟਸ ਨੂੰ ਚਾਹੀਦਾ ਹੈ ਐਂਡ ਫਰੈਂਡਸ ਨੂੰ ਚਾਹੀਦਾ ਹੈ ਵੀ ਨੋਨ ਜਜਮੈਂਟਲ ਹੋ ਕੇ ਕੁਛ ਮਾਈ ਸੈਲਫ ਮੀ ਟਾਈਮ ਨਿਕਾਲਣ, ਕੋਈ ਵੀ ਗੱਲ ਪੜ੍ਹਾਈ ਦੀ ਨਾ ਕਰਕੇ ਚਿਟ ਚੈਟ ਕਰਨ, ਖੁੱਲ੍ਹ ਕੇ ਹੱਸਣ और खाना पीना जो भी खान अपने मोबाइल फ़ोन लैपटॉप्स बंद करन ताकि 30-40 मिनट्स कम से कम उनका मी टाइम हो। ਤੁਸੀਂ ਵੇਖ ਰਹੇ ਹੋ ABC ਪੰਜਾਬ ਤੇ ਮੈਂ ਹਾਂ ਗਰਿਮਾ। ਗੱਲ ਕਰ ਲਈਏ ਕਿ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੀ ਵੱਡੀ ਕੋਚਿੰਗ ਸੈਂਟਰ ਹੈ, ਚਾਹੇ ਰਾਜਸਥਾਨ ਦੇ ਵਿੱਚ ਕੋਟਾ ਹੈ, ਜਿਹੜੇ ਕਿ ਸੁਸਾਈਡ ਕੇਸਿਸ ਬੱਚਿਆਂ ਦੇ ਲਗਾਤਾਰ ਹੀ ਵੱਧ ਰਹੇ ਨੇ, ਉਸ ਦੇ ਵਿੱਚ ਜ਼ਿਆਦਾਤਰ ਹਿੱਸਾ ਮਾਪਿਆਂ ਦਾ ਹੈ। ਉਮੀਦ ਤੋਂ ਜ਼ਿਆਦਾ ਉਹਨਾਂ ਦੇ ਉੱਪਰ ਕਹਿ ਲਈਏ ਫੈਸਲੇ ਥੋਪਦੇ ਨੇ ਤੇ ਇਸ ਦੇ ਨਾਲ ਹੀ ਇਸ ਸਾਰੇ ਪੂਰੇ ਫੈਸਲੇ ਦੇ ਵਿੱਚ ਕੋਚਿੰਗ ਸੈਂਟਰਾਂ ਨੂੰ ਜ਼ਿੰਮੇਦਾਰ ਠਹਿਰਾਣਾ ਸਰਾਸਰ ਗਲਤ ਹੈ, ਇਹ ਸੁਪਰੀਮ ਕੋਰਟ ਦਾ ਕਹਿਣਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਮਹੀਨਿਆਂ ਦੇ ਵਿੱਚ ਕੋਟਾ ਦੇ ਵਿੱਚ ਲਗਾਤਾਰ ਹੀ ਬੱਚੀਆਂ ਜਿਹੜਾ ਕਿ ਮਹਿਜ਼ 14 ਤੋਂ ਲੈ ਕੇ 17 ਸਾਲ ਦੀ ਉਮਰ ਦੇ ਵਿੱਚ ਹੈ, ਉਹਨਾਂ ਦੇ ਸੁਸਾਈਡ ਦੇ ਕੇਸਿਸ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਬਾਬਤ ਅੱਜ ਅਸੀਂ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਹੀ ਸਾਡੇ ਨਾਲ ਮੌਜੂਦ ਹੈ ਰਜਿਸਟਰਡ ਮੈਂਟਲ ਹੈਲਥ ਕਾਉਂਸਲਰ ਸੀਮਾ ਗੁਪਤਾ ਮਿੱਤਲ ਜੀ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ। ਜਿਵੇਂ ਕਿ ਸੁਪਰੀਮ ਕੋਰਟ ਦਾ ਮੈਂ ਇੰਟਰੋ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਜੀ ਗਰਿਮਾ, ਸਭ ਤੋਂ ਪਹਿਲਾਂ ABC ਦਾ ਬਹੁਤ ਧੰਨਵਾਦ ਵੀ ਤੁਸੀਂ ਮੇਰੇ ਵਿਚਾਰ ਲੋਕਾਂ ਨਾਲ ਸਾਂਝੇ ਕਰਨ ਵਾਸਤੇ ਮੈਨੂੰ ਅਪਰੋਚ ਕੀਤਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸੁਪਰੀਮ ਕੋਰਟ ਦੇ ਫੈਸਲੇ ਦੀ, ਉਹ ਸਰਵੋਪਰੀ ਹੈ, ਲੇਕਿਨ ਉਸ ਦੇ ਵਿੱਚ ਅਕੇਲੇ ਮਾਂ-ਬਾਪ ਦਾ ਹੀ ਕਸੂਰ ਨਹੀਂ ਕੱਢ ਸਕਦੇ ਆਪਾਂ। ਉਸ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਹਨ ਜਿਸ ਨਾਲ ਬੱਚੇ ਮੈਂਟਲ ਹੈਲਥ ਐਜ਼ ਵੈਲ ਐਜ਼ ਆਪਣਾ ਫਿਜ਼ੀਕਲ ਹੈਲਥ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ। ਆਪਾਂ ਕੋਚਿੰਗ ਦੀ ਗੱਲ ਕਰ ਰਹੇ ਹਾਂ ਤਾਂ ਕੋਚਿੰਗ ਜਦ ਬੱਚਾ ਟੀਨਏਜਰ ਹੁੰਦਾ ਹੈ, 10 ਸਾਲ ਦੀ ਉਮਰ ਤੋਂ ਵੀ ਲੈ ਰਹੇ ਆ ਬੱਚੇ, ਇੱਥੇ ਤਾਂ 6 ਸਾਲ ਦੀ ਉਮਰ ਤੋਂ ਵੀ ਲੈ ਰਹੇ ਆ। ਤਾਂ ਜਦੋਂ ਬੱਚੇ ਕੋਚਿੰਗ ਵਾਸਤੇ ਜਾਂਦੇ ਆ, ਚਾਹੇ ਉਹ ਕਿਸੇ ਸਬਜੈਕਟ ਦੀ ਕੋਚਿੰਗ ਲੈਣ, ਚਾਹੇ ਕਿਸੇ ਪ੍ਰੋਫੈਸ਼ਨਲ ਦੀ ਜਿਵੇਂ ਮੈਡੀਕਲ ਦੀ, ਨੋਨ ਮੈਡੀਕਲ ਦੀ ਜਾਂ IAS IPS ਕਿਸੇ ਵੀ ਤਰ੍ਹਾਂ ਦੀ ਕੋਚਿੰਗ ਲੈਂਦੇ ਆ, ਤਾਂ ਉਸ ਦੇ ਵਿੱਚ ਜਿਹੜੀ ਐਕਸਪੈਕਟੇਸ਼ਨ ਬੱਚਿਆਂ ਦੀ ਹੁੰਦੀ ਹੈ ਉਹ ਬਹੁਤ ਘੱਟ ਹੁੰਦੀ ਹੈ, ਪੇਰੈਂਟਸ ਦੀ ਜ਼ਿਆਦਾ ਹੁੰਦੀ ਹੈ ਵੀ ਮੈਂ ਨਹੀਂ ਬਣ ਸਕਿਆ ਸ਼ਾਇਦ ਮੇਰਾ ਬੱਚਾ ਬਣ ਜਾਏ, ਜਾਂ ABC ਉਹ ਬਣ ਰਿਹਾ ਹੈ ਜਾਂ ਤਿਆਰੀ ਕਰ ਰਿਹਾ ਹੈ ਤਾਂ ਮੇਰਾ ਬੱਚਾ ਕਿਉਂ ਪਿੱਛੇ ਰਹੇ। ਇਹ ਮਾਂ ਬਾਪ ਨੂੰ ਔਰ ਦੋਸਤ ਮਿੱਤਰਾਂ ਨੂੰ, ਪਰਿਵਾਰ ਵਾਲਿਆਂ ਨੂੰ, ਸਕੂਲ ਵਾਲਿਆਂ ਨੂੰ ਔਰ ਐਸੋਸੀਏਟ ਕਾਉਂਸਲਰਸ ਜਿਹੜੇ ਕਿ ਹਰ ਸਕੂਲ ਦੇ ਵਿੱਚ ਅਪੁਆਇੰਟਡ ਹੈ, ਉਹਨਾਂ ਦੀ ਡਿਊਟੀ ਬਣ ਜਾਂਦੀ ਹੈ, ਬਲਕਿ ਜ਼ਿਆਦਾ ਡਿਊਟੀ ਬਣਦੀ ਹੈ ਵੀ ਉਹ ਬੱਚੇ ਦੀ ਪਹਿਲਾਂ ਅਸੈਸ ਕਰਕੇ ਉਹਦੀ ਕਪੈਸਿਟੀ ਦੇਖਣ
ਮੈਂ ਆਪਣੇ ਹਰ ਸੈਸ਼ਨ ਦੇ ਵਿੱਚ ਇੱਕ ਬਹੁਤ ਸਿੰਪਲ ਐਗਜ਼ਾਮਪਲ ਦਿੰਦੀ ਹਾਂ, ਜਿਸ ਨੂੰ ਘਰੇਲੂ ਐਗਜ਼ਾਮਪਲ ਕਹਿ ਸਕਦੇ ਹੋ। ਫੋਰ ਐਗਜ਼ਾਮਪਲ ਗਰਿਮਾ, ਤੁਹਾਡੀ ਕਪੈਸਿਟੀ ਟੈਨਸ਼ਨ ਲੈਣ ਦੀ 100 ਗ੍ਰਾਮ ਹੈ ਜੀ। ਜੇ ਮੈਂ ਤੁਹਾਨੂੰ ਇੰਨਾ ਪ੍ਰੈਸ਼ਰ ਦੇਵਾਂ, ਘਰ ਦਾ ਕੰਮ ਵੀ ਦੇਵਾਂ, ਤੁਸੀਂ ਆਪਣੀ ਰਿਪੋਰਟਿੰਗ ਵੀ ਕਰਨੀ ਹੈ, ਔਰ ਆ ਕੇ ਕੋਈ ਮਿਸਹੈਪ ਹੋ ਗਈ ਆਸ-ਪਾਸ, ਜਾਂ ਕਿਸੇ ਫਰੈਂਡਸ ਨਾਲ ਕੁਝ ਹੋ ਗਿਆ, ਜਾਂ ਕਿਸੇ ਹੋਰ ਤਰ੍ਹਾਂ ਦਾ ਤੁਹਾਨੂੰ ਫਾਈਨੈਂਸ਼ੀਅਲ ਸਟ੍ਰੈਸ ਹੋ ਗਿਆ, ਤਾਂ ਉਹ ਤੁਹਾਡੀ ਸਟ੍ਰੈਸ ਲੈਵਲ 200 ਹੋ ਗਿਆ, ਰਾਈਟ। ਤੁਹਾਡੀ ਕਪੈਸਿਟੀ 100 ਦੀ ਹੈ ਤਾਂ ਤੁਹਾਡਾ ਕੀ ਹਾਲ ਹੋਏਗਾ? ਤੁਹਾਡੀ ਨੀਂਦ ਖਰਾਬ ਹੋ ਜਾਏਗੀ, ਤੁਹਾਡਾ ਐਪੀਟਾਈਟ ਬੰਦ ਹੋ ਜਾਏਗਾ, ਲੋਕਾਂ ਨਾਲ ਇੰਟਰੈਕਸ਼ਨ ਬੰਦ ਹੋ ਜਾਏਗਾ, यहाँ ਤੱਕ ਕਿ ਤੁਸੀਂ ਆਪਣਾ ਨਹਾਉਣਾ, ਬੈਠਣਾ, ਅੱਛੀ ਤਰ੍ਹਾਂ ਤਿਆਰ ਹੋਣਾ ਵੀ ਭੁੱਲ ਜਾਓਗੇ। ਦਿਸ ਇਜ਼ ਰੀਅਲ ਫੈਕਟ, ਜਿਹੜੇ ਕਿ ਪੇਰੈਂਟਸ, ਦੋਸਤ ਮਿੱਤਰ, ਸੁਸਾਇਟੀ, ਈਵਨ ਸਕੂਲ ਵਾਲੇ ਵੀ ਕਈ ਵਾਰ ਇਗਨੋਰ ਕਰ ਦਿੰਦੇ ਆ। ਜਿਹੜੀ ਨੋਰਮਲ ਲਾਈਫ ਤੋਂ ਹਟ ਕੇ ਬੱਚਾ ਜੀਣਾ ਸ਼ੁਰੂ ਕਰ ਦਿੰਦਾ ਹੈ, ਲਾਈਕ ਆਪਣੇ ਨੇਲਸ ਨਹੀਂ ਕੱਟਦਾ, ਆਈ ਕਾਂਟੈਕਟ ਨਹੀਂ ਕਰਦਾ, ਉਹਦਾ ਤਿਆਰ ਹੋਣ ਨੂੰ ਮਨ ਨਹੀਂ ਕਰਦਾ, ਉਹਦਾ 3-4 ਦਿਨ ਤੋਂ ਉਹਦੇ ਪਸੰਦ ਦਾ ਖਾਣਾ ਵੀ ਨਹੀਂ ਖਾ ਰਿਹਾ, ਜੋ ਨੋਰਮਲ ਡਾਈਟ ਤੋਂ ਭੁੱਲ ਹੀ ਜਾਓ। ਅਤੇ ਹਰ ਵਾਰੀ ਕੋਸ਼ਿਸ਼ ਕਰੇਗਾ ਵੀ ਆਪਣੇ ਕਮਰੇ 'ਚ ਗਿਆ, ਦਰਵਾਜ਼ਾ ਬੰਦ, ਈਵਨ ਲਾਈਟਸ ਵੀ ਆਫ, ਵਿੰਡੋ ਬੰਦ। ਤਾਂ ਇਹ ਇੱਕ ਅਲਾਰਮਿੰਗ ਸਾਈਨ ਹੈ ਮਾਂ ਬਾਪ ਲਈ, ਕਿਉਂਕਿ ਮਾਂ ਬਾਪ ਮੈਂ ਇਸੇ ਲਈ ਕਹਿ ਰਹੀ ਹਾਂ, ਉਹੀ ਇੱਕਦਮ ਪ੍ਰੈਜ਼ੈਂਟ ਹੁੰਦੇ ਹੈ, ਰਾਈਟ, ਜਿਹੜੇ ਕਿ ਇੱਕਦਮ ਬੱਚੇ ਨੂੰ ਦੇਖ ਸਕਦੇ ਹੈ, ਕੈਚ ਕਰ ਸਕਦੇ ਹੈ। ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਕੀ ਸਟੈਪ ਹੋਣਾ ਚਾਹੀਦਾ ਹੈ? ਬੱਚੇ ਨੂੰ ਜਾਣ ਜਾਂ ਆਪਣੇ ਆਪ ਨੂੰ ਇੱਕ ਪੰਚਿੰਗ ਬੈਗ ਬਣਾ ਲੈਣ। ਮਾਵਾਂ ਕਈ ਵਾਰੀ ਬਣਦੀਆਂ, ਸਾਡੀਆਂ ਮਾਵਾਂ ਵੀ ਬਣਦੀਆਂ ਸੀ, ਮੈਂ ਆਪਣੇ ਬੱਚਿਆਂ ਦੀ ਵੀ ਬਣੀ ਹਾਂ। ਉਸ ਨਾਲ ਕੀ ਹੁੰਦਾ, ਕੁਝ ਮਿੰਟ ਵਾਸਤੇ ਬੱਚਾ ਆਪਣੀ ਜੋ ਸਟ੍ਰੈਸ ਹੈ, ਆਪਣੀ ਜੋ ਉਹਦੇ ਅੰਦਰ ਟੈਨਸ਼ਨ ਹੈ, ਜਾਂ ਅਨਵਾਂਟਿਡ ਥਿੰਕਿੰਗ ਪ੍ਰੋਸੈਸ ਚੱਲ ਰਿਹਾ, ਜਾਂ ਫੀਅਰ ਵੀ ਹੋ ਸਕਦਾ ਹੈ, ਉਹ ਇੱਕਦਮ ਕੱਢ ਦਿੰਦਾ ਹੈ। ਔਰ ਮਾँ ਬਾਪ ਦਾ ਕੀ ਹੈ ਵੀ ਉਸ ਟਾਈਮ ਥੋੜਾ ਸਾ 10 ਕੁ ਮਿੰਟ ਚੁੱਪਚਾਪ ਰਹਿਣ, ਭਾਸ਼ਣ ਨਾ ਦੇਣ, ਜਾਂ ਆਪਣੇ ਐਕਸਪੀਰੀਅੰਸ ਸ਼ੇਅਰ ਨਾ ਕਰਨ ਵੀ ਸਾਡੇ ਨਾਲ ਇਹ ਹੁੰਦਾ ਸੀ ਜੀ, ਅਸੀਂ ਇਹ ਕਰਦੇ ਸੀ ਜੀ, ਸਾਡੇ ਕੋਲ ਇਹ ਤਰ੍ਹਾਂ ਦੀ ਫੈਸਿਲਿਟੀ ਨਹੀਂ ਸੀ, ਅਸੀਂ ਤਾਂ ਵੀ ਇੰਨਾ ਕੁਝ ਕਰ ਲਿਆ, 10 ਬੰਦਿਆਂ ਦਾ ਕੰਮ ਕਰਦੇ ਸੀ, ਇਟਸ ਓਕੇ। ਪਰ ਇਹ ਹਿਸਟਰੀ ਇਸੀ ਤਰ੍ਹਾਂ ਰਿਪੀਟ ਹੋਏਗੀ, ਕੋਈ ਜ਼ਰੂਰੀ ਤਾਂ ਨਹੀਂ ਹੈ। ਥਿੰਗਸ ਆਰ ਚੇਂਜਿੰਗ ਸੋ ਨਾਈਸਲੀ ਐਂਡ ਡਰਾਸਟਿਕਲੀ ਆਲਸੋ। ਤਾਂ ਆਪਾਂ ਨੂੰ ਥੋੜ੍ਹਾ ਸਮਝਣਾ ਚਾਹੀਦਾ ਹੈ, ਕਿਉਂਕਿ ਮੈਂ ਵੀ ਇੱਕ ਮਦਰ ਹਾਂ, ਰਾਈਟ। ਔਰ ਟੀਨੇਜਰ, ਐਡੋਲੋਸੈਂਟ ਇਹ ਟਾਈਮ ਬੱਚਿਆਂ ਦਾ ਪਾਰ ਬੜੇ ਅੱਛੇ ਤਰੀਕੇ ਨਾਲ ਕਰਾਇਆ। ਇਟਸ ਵੈਰੀ ਟਫ ਫॉर द ਪੇਰੈਂਟਸ, ਲੇਕਿਨ ਆਪਾਂ ਇਕੱਲੇ ਉਹਨਾਂ ਨੂੰ ਬਲੇਮ ਨਹੀਂ ਦੇ ਸਕਦੇ। ਸੋ ਆਪਣੀ ਸੁਸਾਇਟੀ ਦਾ ਇਹ ਫਰਜ਼ ਬਣ ਜਾਂਦਾ ਹੈ, ਜਿਸ 'ਚ ਤੁਸੀਂ ਵੀ ਆਉਂਦੇ ਹੋ, ਮੈਂ ਵੀ ਆਉਂਦੀ ਹਾਂ, ਠੀਕ ਹੈ, ਟੀਚਰਸ ਵੀ ਆਉਂਦੇ ਹੈ, ਆਸ ਪੜੋਸੀ ਵੀ ਆਉਂਦੇ ਹੈ। ਜਦੋਂ ਕੋਈ ਐਸੀ ਅਲਾਰਮਿੰਗ ਸਿਚੁਏਸ਼ਨ ਦੇਖਣ, ਇਟਸ ਅ ਵੇਕਅਪ ਕਾਲ ਟੂ ਗੋ ਟੂ ਦ ਪ੍ਰੋਫੈਸ਼ਨਲ। ਔਰ ਇੱਕ ਹੋਰ ਗੱਲ, ਤੁਸੀਂ ਆਪਣੀ ਆਈਡੈਂਟਿਟੀ ਕਲੋਜ਼ ਰੱਖਣਾ ਚਾਹੁੰਦੇ, ਇਟਸ ਗੁੱਡ, ਤੁਸੀਂ ਵੌਇਸ ਕਾਲ 'ਤੇ ਕਰ ਲਓ। ਅੱਜ ਕੱਲ੍ਹ ਸਾਰੇ ਪ੍ਰੋਫੈਸ਼ਨਲ ਇਸ ਐਥਿਕਸ ਨੂੰ ਬੜੇ ਅੱਛੀ ਤਰ੍ਹਾਂ ਮੇਨਟੇਨ ਕਰਦੇ ਹੈ। ਕੋਵਿਡ ਨੇ ਬਹੁਤ ਕੁਝ ਸਿਖਾਤਾ। ਮੇਰੇ ਬਹੁਤ ਅੱਛੇ ਕਲਾਇੰਟਸ ਹੈ ਜਿਨ੍ਹਾਂ ਦੀ ਮੈंने ਫੇਸ ਨਹੀਂ ਦੇਖਿਆ, ਬਟ ਆਈ ਐਮ ਵੈਰੀ ਸਕਸੈਸਫੁਲ ਇਨ ਡੀਲਿੰਗ ਵਿਦ them, ਰਾਈਟ। ਇਸ ਦੇ ਨਾਲ ਹੀ ਮੈਮ, ਜਿਵੇਂ ਕਿ ਗੱਲ ਕਰ ਲਈਏ, ਤੁਸੀਂ ਬਹੁਤ ਜ਼ਿਆਦਾ ਸਾਇੰਸ ਸਾਨੂੰ ਦੱਸੇ ਨੇ ਕਿ ਅਗਰ ਬੱਚਾ ਖਾਣਾ ਨਹੀਂ ਖਾ ਰਿਹਾ, ਇੱਦਾਂ ਕਰ ਰਿਹਾ, ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਖੁਦ ਜਿਹੜੇ ਪੇਰੈਂਟਸ ਨੇ ਇੰਨੇ ਜ਼ਿਆਦਾ ਆਪਣੇ ਕਰੀਅਰ ਨੂੰ ਲੈ ਕੇ ਕਰੀਅਰ ਓਰੀਐਂਟਡ ਬਣ ਜਾਂਦੇ ਨੇ ਕਿ ਆਪਣੇ ਬੱਚਿਆਂ ਦੇ ਉੱਪਰ ਵੀ ਅਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਧਿਆਨ ਨਹੀਂ ਰੱਖਦੇ ਨੇ, ਕਾਫੀ ਦਿੱਕਤਾਂ ਆਉਂਦੀਆਂ ਨੇ। ਉਸ ਬਾਰੇ ਤੁਹਾਡਾ ਕੀ ਵਿਚਾਰ ਹੈ? ਜ਼ਿਆਦਾ ਦੂਰ ਜਾਣ ਦੀ ਗੱਲ ਨਹੀਂ ਹੈ ਗਰਿਮਾ, ਮੇਰੇ ਖੁਦ ਪਰਿਵਾਰ 'ਚ ਮੇਰੇ ਮਦਰ ਹੈਡ ਟੀਚਰ ਰਹੇ ਵੇ, ਰਾਈਟ। ਤਾਂ ਮੇਰੇ ਤਾਇਆ ਜੀ ਦੀ ਬੇਟੀਆਂ ਬਣਾਉਣ ਕਢਾਉਣ 'ਚ ਬਹੁਤ ਅੱਛੀਆਂ ਸੀ, ਪਰ ਮੈਂ ਐਡਮਿਨ ਵਰਕ 'ਚ ਬਹੁਤ ਐਕਸੀਲੈਂਟ ਸੀ, ਟਾਈਮ ਮੈਨੇਜਮੈਂਟ 'ਚ ਹਰ ਇੱਕ ਦੀ ਕੁਆਲਿਟੀ ਹੁੰਦੀ ਹੈ, ਲਾਈਕ ਹਰ ਇੱਕ ਪ੍ਰਭੂ ਦੀ ਇਹ ਬਹੁਤ ਅੱਛੀ ਕਿਰਪਾ ਹੈ, ਉਸਨੇ ਕਿਸੇ ਨਾ ਕਿਸੇ 'ਚ ਕੋਈ ਐਸਾ ਗੁਣ ਪਾ ਕੇ ਭੇਜਿਆ ਜਿਹੜਾ ਕਿ ਆਪ ਦੇਖਣਾ ਪੈਂਦਾ ਪੇਰੈਂਟਸ ਨੂੰ, ਟੀਚਰਸ ਨੂੰ। ਤਾਂ ਮੇਰੇ ਮਦਰ ਦੀ ਬੜੀ ਇੱਛਾ ਹੁੰਦੀ ਸੀ ਵੀ ਸੀਮਾ ਤੈਨੇ ਇਹ ਕਰੋਸ਼ੀਏ ਦਾ ਕੱਢਣਾ ਹੈ, ਤੈਨੇ ਇਹ ਬੈੱਡਸ਼ੀਟ ਕੱਢਣੀ ਹੈ, ਔਰ ਮੈਨੂੰ ਬਿਲਕੁਲ ਪਸੰਦ ਨਹੀਂ ਸੀ, ਬਟ ਸ਼ੀ ਆਲਵੇਜ਼ ਫੋਰਸ ਮੀ ਟੂ ਡੂ ਦਿਸ ਐਂਡ ਦੈਟ, ਬਟ ਆਈ ਵਾਜ਼ ਐਕਸੀਲੈਂਟ ਇਨ ਅਦਰ ਥਿੰਗਸ ਵਿਚ ਸ਼ੀ ਆਲਵੇਜ਼ ਇਗਨੋਰਡ। ਸੋ ਇਹ ਮਾਂ ਬਾਪ ਦੀ ਕਈ ਵਾਰੀ ਇੱਕ ਤੁਸੀਂ ਕਹਿ ਲਓ ਐਂਗਜ਼ਾਇਟੀ ਲੈਵਲ ਹੋ ਜਾਂਦਾ ਹੈ, ਜਾਂ ਐਕਸਪੈਕਟੇਸ਼ਨਸ ਹੋ ਜਾਂਦੀ ਹੈ, ਜਿਹੜੀ ਕਿ ਉਹਨਾਂ ਨੂੰ ਪਤਾ ਹੈ, ਬਟ ਉਹ ਹੈਲਪਲੈਸ ਹੋ ਜਾਂਦੇ ਹੈ। ਕਈ ਵਾਰੀ ਤਾਂ ਜਾਣਬੁੱਝ ਕੇ ਵੀ ਨਹੀਂ ਕਰਦੇ ਉਹ। ਸੋ ਯੈਸ, ਯੂ ਆਰ ਰਾਈਟ, ਪੇਰੈਂਟਸ ਬੱਚਿਆਂ ਦੀ ਕਪੈਸਿਟੀ, ਇੰਟਰਸਟ ਲੈਵਲ ਬਿਨਾਂ ਦੇਖੇ ਉਹਨਾਂ ਨੂੰ ਸ਼ੋਅ ਕਰ ਦਿੰਦੇ ਆ ਵੀ ਤੂੰ ਇਹ ਬਣਨਾ ਹੈ, ਔਰ ਉਹ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰ ਦਿੰਦੇ ਆ।
ਰਾਈਟ ਵੀ ਸਕੂਲ ਤੋਂ ਬਾਅਦ 3 ਤੋਂ 6 ਤੈਨੇ ਇਹ ਕਰਨਾ ਹੈ, ਇਹ 20 ਮਿੰਟ ਦਾ ਟਾਈਮ ਤੇਰੇ ਵਾਸਤੇ ਖਾਣ ਦਾ ਹੈ। ਐਂਡ ਮੈਨੀ ਗੁੱਡ ਪੇਰੈਂਟਸ ਜਿਹੜੇ ਬਹੁਤ ਆਰਗੇਨਾਈਜ਼ ਸਮਝਦੇ ਹੈ, ਉਹ ਕਾਰ ਦੇ ਵਿੱਚ ਹੀ ਫੂਡ ਲੈ ਕੇ ਜਾਂਦੇ ਹੈ ਤਾਂ ਕਿ ਬੱਚਾ ਸਕੂਲ ਤੋਂ ਆਵੇ, ਕਾਰ ਦੇ ਵਿੱਚ ਹੀ ਉਸਨੂੰ ਉਹਦੇ ਚੇਂਜਿੰਗ ਕੀਤੇ ਐਂਡ ਉਸਨੂੰ ਲਿਕੁਇਡਸ ਜਾਂ ਜੋ ਵੀ ਉਹਨੂੰ ਖਾਣਾ ਦੇਣਾ, ਨਿਊਟ੍ਰੀਸ਼ਨ ਫੂਡ ਆਫ ਕੋਰਸ ਦੇ ਕੇ ਉਸ ਤੋਂ ਬਾਅਦ ਉਸਨੂੰ ਸਕੇਟਿੰਗ 'ਤੇ, ਬੈਡਮਿੰਟਨ ਜਾਂ ਬਲਾ 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 ਡਿਫਰੈਂਟ ਜਗ੍ਹਾ 'ਤੇ ਦਾ ਨਾ, ਐਂਡ ਦੇ ਫੀਲ ਵੈਰੀ ਪ੍ਰਾਊਡ। ਇਟਸ ਓਕੇ ਸਮਟਾਈਮਸ ਬਟ ਨਾਟ ਆਲਵੇਜ਼। ਆਪਾਂ ਇੱਕ ਮਕੈਨੀਕਲ ਲਾਈਫ ਕਰ ਰਹੇ ਹਾਂ ਬੱਚੇ ਦੀ, ਫਿਰ ਉਹ ਬੱਚਾ ਪੇਰੈਂਟਸ ਨਾਲ ਇੰਟਰੈਕਸ਼ਨ ਦਾ ਟਾਈਮ ਹੁੰਦਾ ਹੀ ਨਹੀਂ। ਸ਼ਾਮ ਨੂੰ ਹੈ ਫਿਰ ਉਸਨੂੰ ਆਪਣਾ ਹੋਮਵਰਕ ਕਰਨਾ ਹੈ, ਉਹ ਇੰਨਾ ਟਾਇਰਡ ਹੋ ਜਾਂਦਾ ਹੈ। ਔਰ ਇੱਕ ਗੱਲ ਹੋਰ, ਇਹ ਕੋਈ ਸਵਿਚ ਬਟਨ ਨਹੀਂ ਹੈ ਵੀ ਮਾਂ ਬਾਪ ਨੇ ਔਨ ਕੀਤਾ, ਬੱਚਾ ਮੈਂ ਤੇਰੇ ਕੋਲ ਅੱਧਾ ਘੰਟਾ ਬੈਠ ਰਹੀ, ਤੂੰ ਗੱਲ ਕਿਉਂ ਨਹੀਂ ਕੀਤੀ ਮੇਰੇ ਨਾਲ। ਇਟਸ ਨੋਟ ਲਾਈਕ ਦੈਟ। ਉਸਦਾ ਆਪਣੇ ਇਮੋਸ਼ਨਸ ਹੈ, ਇੱਕ ਟਾਈਮ ਹੁੰਦਾ ਹੈ ਗੱਲ ਕਰਨ ਦਾ, ਉਸ ਟਾਈਮ ਉਹਦਾ ਨਹੀਂ ਮਨ ਸੀ। ਤੇ ਕਈ ਵਾਰ ਮੈਨੂੰ ਇਹ ਲੱਗਦਾ ਹੈਗਾ ਕਿ ਫਿਰ ਬੱਚੇ ਦੀ ਆਪਣੀ ਪਰਸਨਲ ਲਾਈਫ ਹੀ ਖਤਮ ਹੋ ਗਈ, ਕਿਉਂਕਿ ਅੱਜ ਕੱਲ੍ਹ ਸਕੂਲਸ ਦੇ ਟਾਈਮ ਸਰਦੀਆਂ ਦੀ ਗੱਲ ਕਰੀਏ 9 ਤੋਂ ਲੈ ਕੇ 3 ਵਜੇ ਤੱਕ ਹੁੰਦੇ ਹੈ। ਗੱਡੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਬੱਚੇ ਨੂੰ ਖਾਣਾ ਦਿੰਦੀ ਹੈ ਅਤੇ ਉਸ ਤੋਂ ਬਾਅਦ ਚਲਾ ਜਾਂਦਾ, ਸ਼ਾਮ ਨੂੰ 7 ਵਜੇ ਤੱਕ ਆਏਗਾ ਅਤੇ ਉਸ ਤੋਂ ਬਾਅਦ ਉਹ ਆਪਣਾ ਹੋਮਵਰਕ ਕਰੇਗਾ। ਅਤੇ ਕਈ ਵਾਰ ਮੈਨੂੰ ਇਹ ਲੱਗਦਾ ਕਿ ਬੱਚੇ ਦੀ ਖੁਦ ਦਾ ਫਰੈਂਡ ਸਰਕਲ ਵੀ ਖਤਮ ਹੋ ਜਾਂਦਾ ਹੈ। ਅਤੇ ਬਹੁਤ ਗੱਲਾਂ ਹੁੰਦੀਆਂ ਸਕੂਲਸ ਦੇ ਵਿੱਚ ਕਿ ਕਹਿ ਲਓ ਕਿ ਮਤਲਬ ਕਿ ਆਪਾਂ ਵੀ ਗੱਲਾਂ ਕਰਦੇ, ਕਿਸੇ ਟੀਚਰ ਨੇ ਇੱਦਾਂ ਕਹਿ ਤਾ, ਉਹ ਕਹਿ ਤਾ, ਉਹ ਵਾਲੇ ਇਮੋਸ਼ਨਸ ਬੱਚੇ ਦੀ ਕਈ ਵਾਰ ਬਾਹਰ ਨਹੀਂ ਆਉਂਦੇ। ਅਤੇ ਬੱਚਾ ਇੰਨੀ ਜ਼ਿਆਦਾ ਇੰਜ਼ਾਇਟੀ ਫੀਲ ਕਰਦਾ ਅਤੇ ਖੁਦ ਨੂੰ ਇਹ ਸੋਚਦਾ ਹੈ ਕਿ ਅਗਰ ਮੈਂ ਇਸ ਬੰਦੇ ਦੀ ਗੱਲ ਜਾਂ ਆਪਣੀ ਕੋਈ ਗੱਲ ਇੱਦਾਂ ਕਿਸੇ ਦੇ ਅੱਗੇ ਨਾਲ ਰੱਖਦਾ ਹੈ ਤਾਂ ਸ਼ਾਇਦ ਇਹ ਮੈਨੂੰ ਜੱਜ ਕਰਨਗੇ, ਕਿਉਂਕਿ ਜੱਜਮੈਂਟ ਵਾਲਾ ਨਾ ਅੱਜ ਕੱਲ੍ਹ ਪਹਿਲਾਂ ਨਹੀਂ ਹੁੰਦਾ ਸੀ। ਇਹ ਮਸਲਾ ਕਾਫੀ ਵੱਧਦਾ ਜਾ ਰਿਹਾ ਬੱਚਿਆਂ ਦੇ ਵਿੱਚ ਵੀ, ਅਤੇ ਜਦੋਂ ਟੀਨਏਜ ਵੀ ਟੱਪ ਜਾਂਦੇ ਆ ਨਾ, ਕਈ ਬੱਚੇ ਉਹਨਾਂ 'ਚ ਵੀ ਦੇਖਣ ਨੂੰ ਮਿਲਦਾ ਹੈ। ਕਾਫੀ ਹੱਦ ਤੱਕ ਤੁਸੀਂ ਬਹੁਤ ਅੱਛੀ ਗੱਲ ਕੈਚ ਕੀਤੀ ਹੈ। ਤੁਸੀਂ ਵੀ ਸਾਈਕੋਲੋਜੀ ਕਾਫੀ ਪੜ੍ਹੇ ਹੋਏ ਹੋ। ਜਿਹੜਾ ਇਹ ਜਜਮੈਂਟਲ ਵਾਲਾ ਹੈ ਪਹਿਲਾਂ ਵੀ ਸੀ ਜੀ। ਪਹਿਲਾਂ ਆਪਾਂ ਧਿਆਨ ਨਹੀਂ ਦਿੰਦੇ ਸੀ, ਕਿਉਂਕਿ ਪਹਿਲਾਂ ਆਪਣੀ ਦਾਦੀਆਂ, ਆਪਣੀ ਜੁਆਇੰਟ ਫੈਮਲੀਆਂ ਹੁੰਦੀਆਂ ਸੀ। ਸਪੋਜ਼ ਨਹੀਂ ਵੀ ਹੁੰਦੀਆਂ ਸੀ ਤਾਂ ਆਪਣੇ ਚਾਚੇ ਦਾਦੀਆਂ ਦੇ ਘਰ ਬਹੁਤ ਆਸ-ਪਾਸ ਹੁੰਦੇ ਸੀ। ਮੈਨੂੰ ਹਜੇ ਵੀ ਯਾਦ ਹੈ, ਮੈਂ ਖਾਣਾ ਖਾਇਆ ਅਤੇ ਨਾਲ ਦੀ ਨਾਲ ਅਸੀਂ ਉੱਥੇ ਆਪਣੇ ਤਾਈ ਕੋਲ ਚਲੇ ਜਾਣਾ, ਆਪਣੇ ਦਿਲ ਦੀਆਂ ਗੱਲਾਂ ਕਰਨਾ, ਕਿਉਂਕਿ ਮਦਰ ਟੀਚਰ ਹੁੰਦੇ ਸੀ, ਉਹਨਾਂ ਦਾ ਸਾਰਾ ਟਾਈਮ ਸ਼ਡਿਊਲ ਬਹੁਤ ਟਾਈਟ ਹੁੰਦਾ ਸੀ। ਤਾਂ ਉਸ ਟਾਈਮ ਦਿਲ ਦੇ ਵਿੱਚ ਕੋਈ ਗੱਲ ਹੀ ਨਹੀਂ ਰਹਿੰਦੀ ਸੀ ਔਰ ਜਜਮੈਂਟਲ ਕੋਈ ਹੁੰਦਾ ਹੀ ਨਹੀਂ ਸੀ, ਕਿਉਂਕਿ ਹਰ ਇੱਕ ਗੱਲ ਆਪਣੇ ਪੇਰੈਂਟਸ ਨਾਲ, ਦਾਦੀਆਂ ਨਾਲ ਸ਼ੇਅਰ ਕਰਨੀ। ਐਂਡ ਆਈ ਵਾਂਟ ਟੂ ਮੈਂਸ਼ਨ ਹੀਅਰ ਵਨ ਥਿੰਗ, ਮੇਰੀ ਦਾਦੀ ਬਿਲਕੁਲ ਇਲਿਟਰੇਟ ਸੀ, ਪਰ ਸ਼ੀ ਆਲਵੇਜ਼ ਵੈਲ ਅੰਡਰਸਟੈਂਡ ਮਾਈ ਇਮੋਸ਼ਨਸ, ਮਾਈ ਸਿਸਟਰਸ ਇਮੋਸ਼ਨਸ ਵੈਲ। ਸੋ ਬੱਚਿਆਂ ਦੇ ਇਮੋਸ਼ਨਸ ਨੂੰ ਸਮਝਣ ਵਾਸਤੇ ਕਿਸੇ ਪੜ੍ਹਾਈ ਲਿਖਾਈ ਦਾ ਹੋਣਾ ਜ਼ਰੂਰੀ ਨਹੀਂ ਹੈ। ਆਈ ਵਾਂਟ ਟੂ ਮੇਕ ਸ਼ੋਰ ਉਸ ਵਾਸਤੇ ਤੁਸੀਂ ਬੱਚਿਆਂ ਦੇ ਨਾਲ ਐਂਪਥੈਟਿਕ ਰਹੋ ਅਤੇ ਉਹਨਾਂ ਦੇ ਮੂਡ ਸਵਿੰਗਸ ਨੂੰ ਦੇਖੋ, ਕਿਉਂਕਿ ਅੱਜ ਕੱਲ੍ਹ ਦੇ ਹਾਲਾਤ ਬੜੇ ਡਿਫਰੈਂਟ ਹੋ ਗਏ। ਬਾਹਰ ਪੀਪਲ ਆਰ ਜਜਮੈਂਟਲ, ਸਕੂਲ 'ਚ ਟੀਚਰਸ ਨੂੰ ਛੱਡ ਕੇ, ਕਾਉਂਸਲਰ ਨੂੰ ਛੱਡ ਕੇ ਉਹਨਾਂ ਦੇ ਨਾਲ ਦੇ ਪੀਅਰ ਜਿਹੜੇ ਹੈ ਉਹ ਵੀ ਜਜਮੈਂਟਲ ਹੋ ਜਾਂਦੇ ਹੈ, ਕਿਉਂਕਿ ਬੱਚੇ ਆਪਣੀ ਆਊਟਲੁੱਕ ਦੇ ਨਾਲ ਬੜੇ ਇੰਪ੍ਰੈਸਿਵ ਰਹਿੰਦੇ ਆ। ਮੇਰੇ ਫੁੱਟਵੇਅਰ ਕੈਸੇ ਹੋਣੇ ਚਾਹੀਦੇ ਹੈ, ਮੇਰਾ ਅਟਾਇਰ ਕੈਸਾ ਹੋਣਾ ਚਾਹੀਦਾ ਹੈ, ਮੇਰੇ ਬਾਲ ਕੈਸੇ ਲੁੱਕ ਹੋਣੀ ਚਾਹੀਦੀ ਹੈ, ਬਾਹਰ ਜਾਣ ਤੋਂ ਪਹਿਲਾਂ ਬਲੋ ਡਰਾਈ ਕਰਨਾ, ਫਲਾਣਾ ਕਰਨਾ। ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ, ਨਿਚੋੜ ਇਹੀ ਗੱਲ ਦਾ ਹੈ ਵੀ ਪੇਰੈਂਟਸ ਨੂੰ ਚਾਹੀਦਾ ਹੈ ਐਂਡ ਫਰੈਂਡਸ ਨੂੰ ਚਾਹੀਦਾ ਹੈ ਵੀ ਨੋਨ ਜਜਮੈਂਟਲ ਹੋ ਕੇ ਕੁਛ ਮਾਈ ਸੈਲਫ ਮੀ ਟਾਈਮ ਨਿਕਾਲਣ, ਜਿਸ 'ਚ ਕੋਈ ਵੀ ਗੱਲ ਪੜ੍ਹਾਈ ਦੀ ਨਾ ਕਰਕੇ ਚਿਟ ਚੈਟ ਕਰਨ, ਖੁੱਲ੍ਹ ਕੇ ਹੱਸਣ ਔਰ ਖਾਣਾ ਪੀਣਾ ਜਦੋਂ ਵੀ ਖਾਣ ਆਪਣੇ मोबाइल फ़ोन लैपटॉप्स बंद करन, ताकि 30-40 मिनट्स कम से कम उनका मी टाइम हो। मी टाइम शुड बी वेरी एक्सक्लूसिव, जिस दे विच सिर्फ नॉन कंस्ट्रक्टिव नॉन ਰੈਲੀਵੈਂਟ ਗੱਲਾਂ ਹੋਣ। ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ, ਤੁਸੀਂ ਤਾਂ ਖੈਰ ਬਹੁਤ ਛੋਟੇ ਹੋ, ਮਤਲਬ ਅਸੀਂ ਬੜੇ ਹੋ ਗਏ ਸੀ ਤਾਂ ਵੀ ਮਿੱਕੀ ਮਾਊਸ ਜਾਂ ਕੋਈ ਵੀ ਐਨੀਮੇਟਿਡ ਪ੍ਰੋਗਰਾਮ ਆਉਂਦਾ ਅਤੇ ਅਸੀਂ ਲੋਟ-ਪੋਟ ਹੋ ਜਾਣਾ। ਇਹ ਸੋਚੇ ਬਿਨਾਂ ਵੀ 25 ਸਾਲ ਦੀ ਉਮਰ ਹੋ ਗਈ ਜਾਂ 23 ਸਾਲ ਦੀ ਹੋ ਗਈ। ਹੁਣ ਅਗਰ ਮੈਂ 50+ ਵੀ ਹੋ ਚੁੱਕੀ, ਸੋ ਆਈ ਡੋਂਟ ਬੋਦਰ भी बच्चे की कह रहे हैं या मैं थिएटर 'ਚ बैठी हाँ, मैं उच्ची क्यों हस रही हाँ। जब कॉमेडी पिक्चर देखना है तो तुसी हसन वास्ते आए हो, एक लेजर टाइम नू इंजॉय करने वास्ते आए हो। तो पीपल आर मिसिंग, क्योंकि वो ये है भी ये की सोचेगा, वो की सोचेगा, भी वो जजमेंटल। दिस इज़ ऑल ओवर थिंकिंग। अवॉइड करन थोड़ा सा और अपने लिए टाइम निकालन जिहदा कि कोई रिजल्ट ना होवे। जी।
ਇਸ ਨਾਲ ਹੀ ਮੈਂ ਇਹ ਵੀ ਗੱਲ ਕਹਿਣਾ ਚਾਹਾਂਗੀ, ਜਿਸ ਤਰੀਕੇ ਦੇ ਨਾਲ ਕੰਪੀਟੀਸ਼ਨ ਵੀ ਵੱਧ ਰਿਹਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਵੀ ਕਾਫੀ ਜ਼ਿਆਦਾ ਗੁੰਝਲਦਾਰ ਹੋ ਰਿਹਾ ਹੈ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਜਿਵੇਂ ਆਪਾਂ ਨੇ ਗੱਲ ਦੀ ਸ਼ੁਰੂਆਤ ਕੀਤੀ ਸੀ ਵੀ ਕੋਚਿੰਗ ਸੈਂਟਰ ਦੇ ਵਿੱਚ ਜਾਣਾ, ਕੋਚਿੰਗ ਸੈਂਟਰ ਵਾਲੇ ਕੋਈ ਫੋਰਸ ਥੋੜੀ ਕਰ ਰਹੇ ਆ ਬੱਚੇ ਨੂੰ, ਰਾਈਟ? ਕੋਚਿੰਗ ਸੈਂਟਰ ਵਾਲੇ ਦੇ ਆਰ here in the society to groom students, to help them, ਠੀਕ ਹੈ? ਉਹਨਾਂ ਨੂੰ ਫੋਰਸ ਕੌਣ ਕਰਦਾ ਹੈ? ਉਹਨਾਂ ਨੂੰ ਫੋਰਸ ਕਰਦੇ ਆ ਸਰਕਮਸਟੈਂਸਿਸ, ਜਿਹਦੇ ਵਿੱਚ ਆਪਾਂ ਵੀ ਇੱਕ ਪਾਰਟ ਬਣ ਜਾਂਦੇ ਹਾਂ, ਪੇਰੈਂਟਸ ਵੀ ਬਣ ਜਾਂਦੇ ਹਾਂ, ਕਿਉਂਕਿ ਪੇਰੈਂਟਸ ਦਾ ਕੀ ਲਾਲਚ ਹੈ? ਇਹੀ ਵੀ ਬੱਚਾ ਇੱਕ ਅੱਛਾ ਨਾਗਰਿਕ ਬਣ ਜੇ, ਬੱਚਾ ਇੱਕ ਪ੍ਰੋਫੈਸ਼ਨਲ ਅੱਛਾ ਬਣ ਜੇ, ਔਰ ਇਹ ਆਪਣੇ ਅੱਛੀ ਕਮਾਈ ਦਾ ਜ਼ਰੀਆ ਇੱਕ ਕਰ ਸਕੇ, ਰਾਈਟ? तो ਜਿਹੜੀ ਕੋਚਿੰਗ ਸੈਂਟਰ ਹੈ ਜਾਂ ਜੋ ਵੀ ਐਜੂਕੇਸ਼ਨ ਸਿਸਟਮ ਹੈ ਉਹ ਪਹਿਲਾਂ ਰਾਦਰ ਜ਼ਿਆਦਾ ਟਫ ਸੀ, ਮਤਲਬ ਸਾਡੇ ਟਾਈਮ ਦੀ ਗੱਲ ਹੈ, ਐਗਜ਼ਾਮ ਵੀ ਦੇਣੇ ਪੈਂਦੇ ਸੀ, ਬੈਠ ਕੇ ਪੜ੍ਹਨਾ ਵੀ ਪੈਂਦਾ ਸੀ, ਘਰ ਦਾ ਵੀ ਕੰਮ ਕਰਨਾ ਪੈਂਦਾ ਸੀ। ਹੁਣ ਤਾਂ 8th 9th ਸਟੈਂਡਰਡ ਇਫ ਆਈ ਐਮ ਨਾਟ ਰੋਂਗ, ਤੁਸੀਂ ਬੱਚੇ ਨੂੰ ਫੇਲ ਨਹੀਂ ਕਰ ਸਕਦੇ, ਰਾਦਰ ਬੱਚਾ ਐਕਸਪੈਕਟ ਕਰਦਾ ਕਿਉਂਕਿ ਉਸਨੂੰ ਸਭ ਕੁਝ ਪਲੈਟਰ 'ਚ ਤਿਆਰ ਮਿਲਦਾ ਹੈ। 9th ਕਲਾਸ ਦੇ ਬੱਚੇ ਨੂੰ ਇੱਕਦਮ ਪ੍ਰੈਸ਼ਰ ਆ ਜਾਂਦਾ ਹੈ ਵੀ ਉਸਨੇ ਸਕੋਰ ਕਰਨੇ ਹੈ, ਐਂਡ ਕਲਾਸ ਦੇ ਵਿੱਚ ਅਗਰ ਸਟਰੈਂਥ 20-25 ਬੱਚਿਆਂ ਦੀ ਹੈ, ਬੱਚੇ ਬਹੁਤ ਗੁੱਡ IQ ਲੈਵਲ ਦੇ ਹੁੰਦੇ ਹੈ। ਸੋ ਹੇਅਰ ਆਈ ਵਾਂਟ ਟੂ ਮੈਂਸ਼ਨ ਵੀ ਇਟਸ ਨੋਟ ਅਬਾਊਟ ਹਾਈ or low IQ levels, it's about ਬੱਚੇ ਦੀ ਐਬਿਲਿਟੀ, ਉਸਦਾ ਇੰਟਰਸਟ, ਉਹਦੀ ਕਪੈਸਿਟੀ। ਅਗਰ ਉਸਦੀ ਕਪੈਸਿਟੀ ਪੜ੍ਹਾਈ 'ਚ ਨਹੀਂ ਹੈ, ਇਟਸ ਬੈਟਰ ਵੀ ਉਸਨੂੰ ਨਰਿਸ਼ ਕੀਤਾ ਜਾਵੇ, ਉਸਨੂੰ ਨਰਚਰ ਕੀਤਾ ਜਾਵੇ, ਜਿਸ ਦੇ ਵਿੱਚ ਉਹ ਐਫੀਸ਼ੀਐਂਟ ਹੈ। ਲਾਈਕ ਯੂ ਆਰ ਵੈਰੀ ਗੁੱਡ ਇਨ ਰਿਪੋਰਟਿੰਗ, ਠੀਕ ਹੈ? ਕੈਮਰਾ ਪਰਸਨ ਇਜ਼ ਵੈਰੀ ਗੁੱਡ ਇਨ ਹੋਲਡਿੰਗ ਦਾ ਕੈਮਰਾ ਐਂਡ ਇਨ ਗਿਵਿੰਗ ਇੰਸਟਰਕਸ਼ਨਸ, ਰਾਈਟ? ਸੋ ਆਪਣੀ ਈਸੀ ਨੂੰ ਹੀ ਪੋਲਿਸ਼ ਕਰਦੇ ਹੋਏ ਤੁਸੀਂ ਉਹ ਮੁਕਾਮ ਹਾਸਿਲ ਕਰ ਸਕਦੇ ਹੋ। ਆਪਣੀ ਹਿਸਟਰੀ ਤਾਂ ਗਵਾਹ ਹੈ, ਜਿੰਨੇ ਵੀ ਆਪਣੀ ਹਿਸਟਰੀ ਦੇ ਵਿੱਚ ਸਕਸੈਸਫੁਲ ਪਰਸਨੈਲਿਟੀਜ਼ ਰਹੀ ਹੈ, ਕਿਉਂਕਿ ਉਹਨਾਂ ਨੂੰ ਉਸ 'ਤੇ ਪੋਲਿਸ਼ ਕੀਤਾ ਗਿਆ। ਰੀਸੈਂਟਲੀ ਤੁਸੀਂ ਦੇਖੋ ਸਚਿਨ ਤੇਂਦੁਲਕਰ ਦਾ ਕਿੰਨਾ ਨਾਮ ਹੈ, ਵੈਸੇ ਤਾਂ ਉਹਨਾਂ ਨੇ ਕਮਾਇਆ ਹੀ ਹੈ, ਲੇਕਿਨ ਵੀ ਉਹਨਾਂ ਦੀ ਐਜੂਕੇਸ਼ਨ 'ਚ ਧਿਆਨ ਘੱਟ ਸੀ ਜਾਂ ਉਹ ਸਕੂਲ ਦੇ ਵਿੱਚ ਇੰਨਾ ਐਕਸੈਲ ਨਹੀਂ ਕਰ ਸਕੇ, ਬਟ ਹੀ ਗਿਵ 200% ਟੂ ਦਾ ਕ੍ਰਿਕਟ, and with the dedication and hard work he achieved that goal। right। ਤੇ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਹੈਗਾ ਕਿ ਮਾਪਿਆਂ ਨੂੰ ਪੂਰਨ ਤੌਰ 'ਤੇ ਜ਼ਿੰਮੇਦਾਰ ਠਹਿਰਾਉਣਾ ਤਾਂ ਬਿਲਕੁਲ ਸਹੀ ਨਹੀਂ ਹੈ, ਮਤਲਬ ਸੁਸਾਇਟੀ ਵੀ ਇਸ ਦੇ ਵਿੱਚ ਪੂਰੀ ਤਰ੍ਹਾਂ ਤੋਂ ਸ਼ਾਮਿਲ ਹੈ। ਗਰਿਮਾ ਬਹੁਤ ਕਲੀਅਰਲੀ ਇੱਥੇ ਮੈਂਸ਼ਨ ਕਰਨਾ ਜ਼ਰੂਰੀ ਹੈ, ਨਾ ਮਾਂ ਬਾਪ, ਨਾ ਕੋਚਿੰਗ ਸੈਂਟਰ, ਨਾ ਹੀ ਸੁਸਾਇਟੀ, ਇਟਸ ਅਬਾਊਟ ਆਲ ਟੂਗੈਦਰ। ਆਪਾਂ ਨੇ ਕਿਸ ਤਰ੍ਹਾਂ ਉਸ ਬੱਚੇ ਨੂੰ ਦੇਖਣਾ ਹੈ, ਰਾਈਟ? ਆਪਾਂ ਨੇ ਕਿਸ ਤਰ੍ਹਾਂ ਉਸ ਬੱਚੇ ਨੂੰ ਬਚਾਉਣਾ ਹੈ ਵੀ ਉਹ ਸੁਸਾਈਡ ਨਾ ਕਰ ਸਕੇ। ਸੁਸਾਈਡ ਇੱਕਦਮ ਅਚਾਨਕ ਹੀ ਥੋੜ੍ਹੀ ਹੋ ਜਾਏਗਾ, ਉਸ ਵਾਸਤੇ ਕਈ ਦਿਨਾਂ ਤੋਂ ਉਸਨੂੰ ਸਟ੍ਰੈਸ ਹੋ ਰਿਹਾ, ਕਈ ਦਿਨਾਂ ਤੋਂ ਆਪਣੀ ਦਿਲ ਦੀ ਗੱਲ ਨਹੀਂ ਕਰ ਸਕਿਆ। ਹੁਣ ਸਭ ਤੋਂ ਪਹਿਲਾਂ ਕੌਣ ਆਉਂਦਾ ਹੈ ਦਿਲ ਦੀ ਗੱਲ ਕਰਨ ਵਾਸਤੇ, ਜਾਂ ਜਦੋਂ ਘਰ 'ਚ ਜਾਂਦਾ ਹੈ ਤਾਂ ਮਾਂ ਬਾਪ ਹੁੰਦੇ ਹੈ, ਬੜੇ ਬਜ਼ੁਰਗ ਹੁੰਦੇ ਹੈ। ਸਪੋਜ਼ ਮਾਂ ਬਾਪ ਅਗਰ ਨੌਕਰੀ ਪੇਸ਼ਾ ਹੈ ਤਾਂ ਉਹਨਾਂ ਨੇ ਕੁਛ ਤਾਂ ਮੈਨੇਜ ਕੀਤਾ ਹੋਇਆ ਹੋਗਾ, ਕੋਈ ਤਾਂ ਉਸਦੀ ਲੁੱਕ ਆਫਟਰ ਕਰ ਹੀ ਰਿਹਾ ਹੋਗਾ, ਰਾਈਟ? ਔਰ ਅਗਰ ਮਾਂ ਬਾਪ ਨੌਕਰੀ ਪੇਸ਼ਾ ਹੈ ਤਾਂ ਇਹ ਬਹੁਤ ਬੜੀ ਡਿਊਟੀ ਬਣ ਜਾਂਦੀ ਹੈ ਉਹਨਾਂ ਦੀ ਵੀ ਬੱਚੇ ਦਾ ਧਿਆਨ ਰੱਖਣ, ਉਹਦੀ ਫੀਡਬੈਕ ਲੈਣ, ਔਰ ਉਸ ਨਾਲ ਕੁਆਲਿਟੀ ਟਾਈਮ ਦਿਨ ਦੇ ਵਿੱਚ ਐਟਲੀਸਟ 3 ਟਾਈਮ ਦੇ ਮੀਲ 'ਚੋਂ 2 ਵਾਰੀ ਖਾਣ। ਅਗਰ 2 ਵਾਰੀ ਨਹੀਂ ਹੈ ਤਾਂ ਮੇਰੀ ਹੰਬਲ ਰਿਕੁਐਸਟ ਹੈ ਵੀ 1 ਵਾਰੀ ਬੈਠ ਕੇ ਖਾਣ। ਮੈਂ ਇੱਥੇ ਇੱਕ ਮੈਂਸ਼ਨ ਕਰਨਾ ਚਾਹੂੰਗੀ, ਕਈ ਸਾਲ ਪਹਿਲਾਂ ਮੈਂ ਅਮਿਤਾਭ ਬੱਚਨ ਜੀ ਦੀ ਇੰਟਰਵਿਊ ਦੇਖ ਰਹੀ ਸੀ, ਤਾਂ ਉਹਨਾਂ ਨੇ ਇਹ ਕਿਹਾ ਵੀ ਕਿੰਨੇ ਬਿਜ਼ੀ ਹੈ ਉਹ ਫਿਲਮ ਵਰਲਡ 'ਚ। ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਅਗਰ ਅਸੀਂ ਬੰਬੇ ਦੇ ਵਿੱਚ ਸ਼ੂਟ ਕਰ ਰਹੇ ਹਾਂ ਜਾਂ ਬੰਬੇ ਦੇ ਸਰਾਊਂਡਿੰਗ 'ਚ, ਤਾਂ ਅਸੀਂ ਪਰਿਵਾਰ ਇਕੱਠਾ ਹੋ ਕੇ ਅਸੀਂ ਲੰਚ ਡਿਨਰ ਜਾਂ ਇੱਕ ਮੀਲ ਇਕੱਠੇ ਖਾਂਦੇ ਹਾਂ, ਐਂਡ ਵੀ ਮੇਕ ਸ਼ੋਰ ਅਸੀਂ ਪਿਕਚਰਾਂ ਦੀ ਗੱਲ ਨਾ ਕਰਕੇ ਆਪਸੀ ਗੱਲਾਂ ਕਰੀਏ, ਤਾਂ ਪੁਰਾਣੀ ਚੀਜ਼ਾਂ ਨੂੰ ਇੰਜੋਏ ਕਰਕੇ ਅਸੀਂ ਉਸਨੂੰ ਰਿਵਾਈਵ ਕਰੀਏ, ਐਨਰਜਾਈਜ਼ ਕਰੀਏ, ਹੈ ਨਾ, ਰੀਜੂਵੀਨੇਟ ਕਰੀਏ। ਸੋ ਮੈਂ ਇਹ ਗੱਲ ਬਹੁਤ ਸਟਰੋਂਗਲੀ ਫੋਲੋ ਕਰਦੀ ਹਾਂ ਗਰਿਮਾ, ਔਰ ਮੈਂ ਕੋਸ਼ਿਸ਼ ਕਰਦੀ ਹਾਂ ਵੀ ਇੰਨਾ ਬਿਜ਼ੀ ਸ਼ਡਿਊਲ ਤਾਂ ਨਹੀਂ ਹੈ ਮੇਰਾ, ਲੇਕਿਨ ਕਿਉਂਕਿ ਮੇਰੇ ਸਾਰੇ ਪਰਿਵਾਰ ਵਾਲੇ ਵਕੀਲ ਹੈ, ਆਈ ਮੇਕ ਸ਼ੋਰ ਟੂ ਸਿਟ ਐਂਡ ਟੂ ਲਿਸਨ ਟੂ ਦੈਮ। ਉੱਥੇ ਅਸੀਂ ਇੱਕ ਦੂਸਰੇ ਨੂੰ ਭਾਸ਼ਣ ਨਹੀਂ ਸੁਣਾਉਂਦੇ। ਸੋ ਮਾਈ ਹੰਬਲ ਰਿਕੁਐਸਟ ਟੂ ਐਵਰੀ ਪੇਰੈਂਟਸ, ਸੁਸਾਇਟੀ ਵਾਲਿਆਂ ਦੇ ਵੀ ਅਗਰ ਤੁਸੀਂ ਕੁਝ ਦੇਖਦੇ ਹੋ ਐਸਾ ਵੀ ਉਹ ਬੱਚਾ ਬਹੁਤ ਚੇਅਰਫੁਲ ਸੀ ਐਂਡ ਅਚਾਨਕ ਹੀ ਉਹ
आई कॉन्टैक्ट करना बंद हो गया, बुझिया बुझिया रह रहे हैं, ਉਹਦੀ ਐਪੀਟਾਈਟ ਬੰਦ ਹੋ ਗਈ। ਸੋ ਇਟਸ ਏ ਵੇਕਅਪ ਕਾਲ ਜੀ। तो इमीजिएटली उसਨੂੰ टाइम दो, प्रोफेशनल को लेके जाओ, या ट्राई सिटीज़ फ्लडेड विद द नंबर ऑफ साइकैट्रिस्ट, साइकोलॉजिस्ट, काउंसलर्स। ਤੁਸੀਂ ਆਪਣੀ ਆਈਡੈਂटिटी ਹਾਈਡ ਵੀ ਕਰ ਸਕਦੇ ਹੋ। ਆਪਣਾ ਮੇਨ ਮਕਸਦ ਕੀ ਹੈ, ਉਸ ਪਰਸਨੈਲਿਟੀ ਨੂੰ, ਉਸ ਇੰਡੀਵਿਜੂਅਲ ਨੂੰ ਬਚਾਉਣਾ, ਤਾਂ ਕਿ ਉਹ ਐਸਾ ਸਟੈਪ ਨਾ ਲੈ ਸਕੇ। ਔਰ ਕੋਸ਼ਿਸ਼ ਕਰੋ ਵੀ ਅਗਰ ਬੱਚੇ ਦੀ ਕਪੈਸਿਟੀ ਨਹੀਂ ਹੈ ਪੜ੍ਹਨ ਦੀ, ਸੋ ਮਾਈ ਹੰਬਲ ਰਿਕੁਐਸਟ ਵਨਸ ਅਗੇਨ ਰਿਪੀਟਿਡਲੀ, don't force kids to go to read and ਕਿਤਾਬਾਂ ਦੇ ਵਿੱਚ ਆਪਣਾ ਸਾਰਾ ਦਿਨ ਰਾਤ ਲਗਾਉਣ ਅਗਰ ਉਹਨਾਂ ਦਾ ਮਨ ਨਹੀਂ ਹੈ ਜੀ। ਅਗਰ ਉਹਨਾਂ ਦਾ ਮਨ ਵੀ ਹੈ ਤਾਂ ਵੀ ਇਟਸ ਆਵਰ ਡਿਊਟੀ ਵੀ ਬੱਚਿਆਂ ਨੂੰ ਬਾਹਰ ਲੈ ਕੇ ਜਾਈਏ, ਖਾਣਾ ਆਪਣੇ ਹੱਥ ਨਾਲ ਬਣਾ ਕੇ ਖਿਲਾਈਏ, ਔਰ ਬੱਚਿਆਂ ਦੇ ਨਾਲ ਇੰਟਰੈਕਟ ਕਰੀਏ। ਯੈਸ, ਇਟਸ ਆਵਰ ਮੋਰਲ ਡਿਊਟੀ। ਪੇਰੈਂਟਸ ਦੀ ਵੀ ਨਹੀਂ, ਦੋਸਤਾਂ ਦੀ, ਮਿੱਤਰਾਂ ਦੀ, ਇਹ ਆਪਣੀ ਡਿਊਟੀ ਬਣ ਜਾਂਦੀ ਹੈ। ਤੋ ਇਹ ਚੀਜ਼ਾਂ ਨੂੰ ਅਗਰ ਫੋਲੋ ਕਰਾਂਗੇ, ਮੈਨੂੰ ਲੱਗਦਾ ਨਹੀਂ ਵੀ ਕੋਈ ਬੱਚਾ ਇਹ ਜਾਂ ਬੜਾ ਐਸਾ ਸਟੈਪ ਲਏਗਾ। ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਛੋਟਾ ਜਿਹਾ ਸਟੈਪ ਹੀ ਉਹਦੇ ਇਮੋਸ਼ਨਸ ਨੂੰ ਕਾਮ ਡਾਊਨ ਕਰ ਸਕਦਾ ਹੈ ਔਰ ਇਸ ਡਿਜ਼ਾਸਟਰ ਸਟੈਪ ਤੋਂ ਬਚਾ ਸਕਦਾ ਹੈ ਜੀ। ਮੈਮ, तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪਿਆਰੇ ਦਰਸ਼ਕੋ, ਇਹ ਸੀਗਾ ਅੱਜ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁੱਦਾ ਜੋ ਹਰ ਇੱਕ ਪਰਿਵਾਰ ਦੇ ਨਾਲ ਜੁੜਿਆ ਹੋਇਆ, ਕਿਉਂਕਿ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਕੰਪੀਟੀਸ਼ਨ ਦਾ ਜ਼ਮਾਨਾ, ਕਰੀਅਰ ਓਰੀਐਂਟਡ ਦਾ ਜ਼ਮਾਨਾ ਇਸ ਕਦਰ ਵੱਧ ਗਿਆ ਹੈ ਕਿ ਮਾਪੇ ਖੁਦ ਇਹਨਾਂ ਛੋਟੀ ਛੋਟੀ ਗੱਲਾਂ ਨੂੰ ਭੁੱਲ ਜਾਂਦੇ ਆ, ਜੋ ਕਿ ਮੈਮ ਨੇ ਸਾਨੂੰ ਦੱਸੀਆਂ ਹੈ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਬੱਚਾ ਤੁਹਾਡੀ ਮਨਪਸੰਦ ਜਿਹੜੀ ਚੀਜ਼ ਹੈ, ਚਾਹੇ ਉਹ ਵੀ ਖਾਣਾ ਬੰਦ ਕਰ ਦੇਵੇ ਜਾਂ ਫਿਰ ਤੁਹਾਡੇ ਨਾਲ ਠੀਕ ਢੰਗ ਦੇ ਨਾਲ ਗੱਲ ਕਰਨੀ ਬੰਦ ਕਰ ਦੇਵੇ ਜਾਂ ਫਿਰ ਚਿੜਚਿੜਾ ਰਹਿਣ ਲੱਗ ਪਵੇ, ਤਾਂ ਉਸ ਬਾਰੇ ਵੀ ਕਈ ਵਾਰ ਮਾਪੇ ਧਿਆਨ ਨਹੀਂ ਦਿੰਦੇ ਨੇ, ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਆਇਆ ਹੈ, ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਕਹਿ ਲਈਏ ਕਿ ਮਾਪੇ ਜਿਹੜੇ ਹੈ ਪੂਰਨ ਤੌਰ ਤੇ ਜ਼ਿੰਮੇਦਾਰ ਨਹੀਂ ਹੁੰਦੇ ਹੈ। ਹਾਲਾਤ ਜਿਹੜੇ ਉਸ ਬੱਚੇ ਦੇ ਬਣ ਜਾਂਦੇ ਆ, ਕਿਤੇ ਨਾ ਕਿਤੇ ਉਹ ਉਸ ਬੱਚੇ ਦੇ ਸੁਸਾਈਡ ਦਾ ਕਾਰਨ ਹੁੰਦਾ ਹੈ। ਇਸ ਤਰੀਕੇ ਦੀਆਂ ਵੱਡੀਆਂ ਹੋਰ ਮੁੱਦਿਆਂ ਤੇ ਚਰਚਾ ਦੇਖਣ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮੈਂ ਗਰਿਮਾ ਪੰਚਕੁਲਾ।